प्यारे दर्शकों सत श्री अकाल। मैं हाँ परमजीत सिंह परवाना। ਅੱਜ ਦੇ ਇਸ ਖਾਸ ਮੁਲਾਕਾਤ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਖਾਸ ਵਿਸ਼ੇ 'ਤੇ, ਕਿਉਂਕਿ 21 ਫਰਵਰੀ ਨੂੰ ਮਾਤ ਭਾਸ਼ਾ ਦਿਵਸ ਸਮੁੱਚੇ ਵਿਸ਼ਵ 'ਚ ਮਨਾਇਆ ਜਾ ਰਿਹਾ। ਕਿਸੇ ਦੀ ਜ਼ਿੰਦਗੀ ਦੇ ਵਿੱਚ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ। ਜ਼ਿੰਦਗੀ ਤੋਂ ਲੈ ਕੇ ਆਖਰੀ ਸਾਹਾਂ ਤੱਕ ਭਾਸ਼ਾ ਸਾਡੀ ਜ਼ਿੰਦਗੀ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਔਰ ਖਾਸ ਕਰਕੇ ਜਿਹੜੀ ਮਾਤ ਭਾਸ਼ਾ ਹੈ, ਇਸ ਦੇ ਪ੍ਰਤੀ ਜਿਹੜੀ ਸਾਡੀ ਸੁਹਿਰਦਤਾ ਹੈ, ਇਸ ਪ੍ਰਤੀ ਸਾਡੀ ਸ਼ਿੱਦਤ ਹੈ, ਉਹ ਵੀ ਪਿਛਲੇ ਕੁਝ ਸਮੇਂ ਤੋਂ ਵੇਖਣ 'ਚ ਆਇਆ ਕਿ ਬਹੁਤ ਘਟ ਰਹੀ ਹੈ। 1999 ਤੋਂ ਪਹਿਲਾਂ ਇੱਕ ਅੰਤਰਰਾਸ਼ਟਰੀ ਸੰਗਠਨ ਨੇ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਵਿਸ਼ਵ ਦੇ ਵਿੱਚ ਕੁਝ ਅਜਿਹੀਆਂ ਭਾਸ਼ਾਵਾਂ ਨੇ ਜੋ ਖਤਮ ਹੋਣ ਦੀ ਕਗਾਰ 'ਤੇ ਨੇ। ਉਹਨਾਂ ਵਿੱਚੋਂ ਕੁਝ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ। ਸੋ ਅਸੀਂ ਆਪਣੀ ਮਾਂ ਬੋਲੀ ਮਾਤ ਭਾਸ਼ਾ ਪੰਜਾਬੀ 'ਤੇ ਗੱਲ ਕਰਨ ਲਈ, ਇਸ ਦਾ ਕੀ ਅਤੀਤ ਰਿਹਾ, ਕੀ ਵਰਤਮਾਨ ਹੈ ਔਰ ਭਵਿੱਖ ਵਿੱਚ ਇਸ ਦੇ ਹੋਰ ਪ੍ਰਚਾਰ ਪ੍ਰਸਾਰ ਲਈ, ਇਸ ਦੀ ਪ੍ਰਫੁੱਲਤਾ ਲਈ ਅਸੀਂ ਕੀ ਆਪਣਾ ਯੋਗਦਾਨ ਪਾ ਸਕਦੇ ਹਾਂ, ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਅੱਜ ਅਸੀਂ ਭਾਸ਼ਾ ਵਿਭਾਗ ਦੇ ਰਿਟਾਇਰਡ ਅਸਿਸਟੈਂਟ ਡਾਇਰੈਕਟਰ ਸਹਾਇਕ ਨਿਰਦੇਸ਼ਕ ਡਾਕਟਰ ਹਰਨੇਕ ਸਿੰਘ ਢੋਟ ਹੋਰਾਂ ਨੂੰ ਆਪਣੇ ਸਟੂਡੀਓ 'ਚ ਬੁਲਾਇਆ। ਡਾਕਟਰ ਸਾਹਿਬ ਜੀ, ਸਵਾਗਤ ਹੈ ਚੜ੍ਹਦੀ ਕਲਾ ਟਾਈਮ TV ਦੇ ਸਟੂਡੀਓ 'ਚ। ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਟਾਈਮ TV ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਅਤੇ ਉਸ ਦੇ ਨਾਲ ਹੀ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਆਪਣੇ ਸਰੋਤਿਆਂ ਦੇ ਮੈਨੂੰ ਰੂਬਰੂ ਕਰਾਇਆ ਅੱਜ ਇਸ ਵਿਸ਼ੇਸ਼ ਟੌਪਿਕ ਦੇ ਲਈ, ਵਿਸ਼ੇਸ਼ ਦਿਨ 'ਤੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਇੱਥੋਂ ਹੀ ਕਰੀਏ ਕਿ 21 ਫਰਵਰੀ ਨੂੰ ਜਿਹੜਾ ਵਿਸ਼ਵ ਭਰ ਵਿੱਚ ਮਾਤ ਦਿਵਸ ਮਨਾਇਆ ਜਾਂਦਾ ਹੈ, ਇਹ ਕਿਉਂ ਇਸ ਦੀ ਲੋੜ ਪਈ ਔਰ ਜਿਹੜੀ ਮਾਤ ਭਾਸ਼ਾ ਦੇ ਸੰਬੰਧ ਵਿੱਚ ਇਸ ਦਾ ਪਿਛੋਕੜ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ, ਜਿਵੇਂ ਪਰਵਾਨਾ ਜੀ ਤੁਸੀਂ ਗੱਲ ਕੀਤੀ ਹੈ ਕਿ ਹਰ ਸਾਲ ਜਿਹੜਾ ਹੈ 21 ਫਰਵਰੀ ਦਾ ਦਿਨ ਜਿਹੜਾ ਹੈ ਉਹ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਵਜੋਂ ਮਨਾਇਆ ਜਾਂਦਾ। ਇਸ ਦਿਨ ਦੀ ਵੀ ਜੇ ਦੇਖਿਆ ਜਾਵੇ ਤਾਂ ਇੱਕ ਵਿਸ਼ੇਸ਼ ਮਹੱਤਵ ਹੈ। ਜੇ ਮੈਂ ਇਸ ਇਤਿਹਾਸ ਦੀ ਗੱਲ ਕਰਾਂ ਤਾਂ ਇਹ ਇਤਿਹਾਸ ਸਿੱਧਾ ਜਾ ਕੇ 1952 ਦੀ ਉਸ ਘਟਨਾ ਦੇ ਨਾਲ ਜਾ ਜੁੜਦਾ, ਜਦੋਂ ਬੰਗਲਾਦੇਸ਼ ਦੇ ਵਿੱਚ ਢਾਕਾ ਯੂਨੀਵਰਸਿਟੀ, ਜਗਨਨਾਥ ਕਾਲਜ ਅਤੇ ਮੈਡੀਕਲ ਕਾਲਜ ਦੇ ਕੁਝ ਵਿਦਿਆਰਥੀ ਉੱਥੋਂ ਦੀ ਬੰਗਲਾ ਭਾਸ਼ਾ ਨੂੰ ਲਾਗੂ ਕਰਨ ਲਈ ਕੁਝ ਮੁਜ਼ਾਹਰਾ ਕਰ ਰਹੇ ਸਨ ਅਤੇ ਅਚਾਨਕ ਉੱਥੋਂ ਦੀ ਜਿਹੜੀ ਐਨਫੋਰਸਮੈਂਟ ਸੀ, ਪੁਲਿਸ ਸੀਗੀ, ਉਸ ਤੋਂ ਗੋਲੀ ਚਲਾਉਣ ਨਾਲ ਜਿਹੜੇ ਸੀ 4 ਵਿਦਿਆਰਥੀ ਉੱਥੇ ਸ਼ਹੀਦ ਹੋ ਗਏ ਸੀ। ਉਸ ਤੋਂ ਬਾਅਦ ਇਹ ਬੁਨਿਆਦੀ ਤੌਰ 'ਤੇ ਤਾਂ ਮੈਂ ਕਹਾਂਗਾ ਇੱਕ ਸਮਾਜਿਕ ਲਹਿਰ ਸੀ ਜਿਹੜੀ ਉਸ ਤੋਂ ਬਾਅਦ ਤੁਸੀਂ ਕਹਿ ਲਓ ਕਿ ਇੱਕ ਭਾਸ਼ਾ ਦਾ ਮੁੱਦਾ ਫੜ ਗਈ ਅਤੇ ਇੱਕ ਸੰਵੇਦਨਸ਼ੀਲ ਜਿਹੜਾ ਸੀ ਮੁੱਦਾ ਬਣ ਗਿਆ। ਅਤੇ ਉਸ 21 ਫਰਵਰੀ ਦੇ ਦਿਨ ਨੂੰ ਉਸ ਤੋਂ ਬਾਅਦ ਜਿਹੜਾ ਸੀ ਬੰਗਲਾਦੇਸ਼ ਦੇ ਵਿੱਚ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ। ਹਰ ਸਾਲ ਜਿਹੜਾ ਹੈ 21 ਫਰਵਰੀ ਉੱਥੇ ਛੁੱਟੀ ਦਾ ਦਿਨ ਜਿਹੜਾ ਹੈ ਮਨਾਇਆ ਜਾਂਦਾ। ਅਤੇ ਦੂਜੀ ਗੱਲ, ਇਹ ਲਹਿਰ ਜਦੋਂ ਪ੍ਰਚੰਡ ਹੋਈ, ਇਹਦਾ ਪਿਛੋਕੜ ਕੀ ਸੀਗਾ? ਪਿਛੋਕੜ ਜਦੋਂ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਆ ਤਾਂ ਪਾਕਿਸਤਾਨ ਵੱਖਰਾ ਹੁੰਦਾ 2 ਹਿੱਸਿਆਂ ਦੇ ਵਿੱਚ, ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਜਿਹੜਾ ਹੈ। ਜਦੋਂ ਪਾਕਿਸਤਾਨ ਦੀ ਸਰਕਾਰ ਵੱਲੋਂ ਉਰਦੂ ਨੂੰ ਜਿਹੜਾ ਹੈ ਉੱਥੋਂ ਦੀ ਕੌਮੀ ਭਾਸ਼ਾ ਐਲਾਨਿਆ ਗਿਆ ਤਾਂ ਬੰਗਲਾਦੇਸ਼ ਦੇ ਜਿਹੜੇ ਕੁਝ ਨੌਜਵਾਨ ਵਰਗ ਸੀ, ਕਿਉਂਕਿ ਉੱਥੇ ਬਹੁਤਾਤ ਜਿਹੜੀ ਸੀ ਉਹ ਬੰਗਲਾ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਸੀ, ਉਹਨਾਂ ਲੋਕਾਂ ਨੇ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਨਹੀਂ, ਜਿਹੜਾ ਹੈ ਪੂਰਬੀ ਪਾਕਿਸਤਾਨ ਦੇ ਵਿੱਚ ਸਾਡੀ ਜਿਹੜੀ ਬੰਗਲਾ ਭਾਸ਼ਾ ਨੂੰ ਲਾਗੂ ਕੀਤਾ ਜਾਣਾ ਚਾਹੀਦਾ। ਸੋ ਪਾਕਿਸਤਾਨ ਸਰਕਾਰ ਵੱਲੋਂ ਇਸ ਨੂੰ ਜ਼ਬਰਦਸਤੀ ਦਬਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਗਈ। ਸੋ ਇਹ ਇੱਕ ਲੰਮਾ ਕਹਿ ਲਓ ਵੀ ਇੱਕ ਮੂਵਮੈਂਟ ਵੀ ਚੱਲੀ ਅਤੇ ਇੱਕ ਲਹਿਰ ਵੀ ਬਣ ਗਈ ਸੀ। ਸੋ 1971 ਦੇ ਵਿੱਚ ਜਦੋਂ ਅਲਟੀਮੇਟਲੀ ਬੰਗਲਾਦੇਸ਼ ਹੋਂਦ ਦੇ ਵਿੱਚ ਆਉਂਦਾ ਤਾਂ ਉਦੋਂ ਜਿਹੜੀ ਇਹਦੀ ਭਾਸ਼ਾ ਸੀ ਉਹ ਬੰਗਲਾ ਰੱਖੀ ਗਈ। ਦੂਸਰਾ, ਇਸ ਦੇਸ਼ ਦਾ ਜਿਹੜਾ ਨਾਂ ਸੀ ਉਹ ਵੀ ਬੰਗਲਾ ਭਾਸ਼ਾ ਦੇ ਨਾਂ 'ਤੇ ਜਿਹੜਾ ਸੀ ਬੰਗਲਾਦੇਸ਼ ਰੱਖਿਆ ਗਿਆ ਸੀਗਾ।
ਜੀ ਜੀ। ਤੇ ਉਸ ਤੋਂ ਬਾਅਦ ਜੇ ਆਪਾਂ ਇਸ ਦੇ ਅੱਗੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਭਾਸ਼ਾਵਾਂ ਦਾ ਜਿਹੜਾ ਮੁੱਦਾ ਸੀ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਤਰ੍ਹਾਂ ਇਹ ਸੰਜੀਦਗੀ ਧਾਰਨ ਕਰ ਗਿਆ ਸੀਗਾ। ਭਾਸ਼ਾਵਾਂ ਪ੍ਰਤੀ ਲੋਕ ਸੰਜੀਦਾ ਹੋਣੇ ਸ਼ੁਰੂ ਹੋ ਗਏ ਸੀ। 1998 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਸਭਾ ਸੀ ਅੰਤਰਰਾਸ਼ਟਰੀ ਮਦਰ ਲੈਂਗੁਏਜ ਲਵਰਸ ਦੀ। ਉਹਨਾਂ ਨੇ ਉੱਥੇ ਜਿਹੜਾ ਸੀ ਮਾਤ ਭਾਸ਼ਾ ਮਨਾਉਣ ਪ੍ਰਤੀ ਇੱਕ ਜਿਹੜਾ ਸੀ ਰੈਜ਼ੋਲੂਸ਼ਨ ਪਾਸ ਕੀਤਾ ਸੀ। ਉਸੇ ਤੋਂ ਜਿਹੜਾ ਹੈ ਪ੍ਰਭਾਵਿਤ ਹੋ ਕੇ ਇੱਕ ਬੰਗਾਲੀ ਜਿਹਦਾ ਨਾਂ ਰਫੀਕ ਉਲ ਇਸਲਾਮ ਸੀਗਾ, ਉਹ ਵੀ ਕੈਨੇਡਾ ਦੇ ਵਿੱਚ ਰਹਿੰਦਾ ਸੀ। ਉਸ ਨੂੰ ਜਿਹੜਾ ਸੀ ਉਸਨੇ 28 ਦੇਸ਼ਾਂ ਦੇ ਹੋਰ ਜਿਹੜੇ ਸੀ ਸਾਹਿਤਕ ਜਥੇਬੰਦੀਆਂ ਨਾਲ ਮਿਲ ਕੇ ਇਹ ਜਿਹੜਾ ਮੁੱਦਾ ਸੀਗਾ ਇੱਕ ਲੈਟਰ ਤਤਕਾਲੀ ਜਿਹੜੇ ਯੂਐਨਓ ਦੇ ਸਕੱਤਰ ਜਨਰਲ ਸੀਗੇ ਕੋਫੀ ਅਨਨ ਉਹਨਾਂ ਨੂੰ ਭੇਜਿਆ। ਉਸ ਦੇ ਵਿੱਚ ਹੀ ਫਿਰ ਉਹਨਾਂ ਨੇ ਜਿਹੜਾ ਹੈ ਇਸ 21 ਫਰਵਰੀ ਦੇ ਦਿਨ ਦਾ ਜ਼ਿਕਰ ਕੀਤਾ ਕਿ ਵੀ ਭਾਸ਼ਾਵਾਂ ਦੀ ਜਿਹੜੀ ਹੋਂਦ ਆ ਉਹ ਖਤਰੇ ਦੇ ਵਿੱਚ ਆ। ਯੂਐਨ ਨੂੰ ਜਿਹੜਾ ਹੈ ਇਹਨਾਂ ਦੇ ਬਚਾਓ ਲਈ ਕੁਝ ਨਾ ਕੁਝ ਕਰਨਾ ਚਾਹੀਦਾ। ਉਸੇ ਸਮੇਂ ਕੋਈ ਅੰਤਰਰਾਸ਼ਟਰੀ ਸੰਗਠਨ ਜਿਵੇਂ ਤੁਸੀਂ ਵੀ ਪਹਿਲਾਂ ਗੱਲ ਕਰ ਰਹੇ ਸੀ, ਉਹਨਾਂ ਦੀ ਰਿਪੋਰਟ ਆਈ ਸੀ ਕਿ ਵਿਸ਼ਵ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹੜੀਆਂ ਖਤਮ ਹੋਣ ਦੀ ਕਗਾਰ 'ਤੇ ਨੇ। ਸੋ ਜਿਹੜੇ ਇਹ ਕਹਿ ਲਓ ਕਿ ਜਿਹੜੇ ਆਪਣੀ ਮਾਤ ਭਾਸ਼ਾ ਦੇ ਪਿਆਰ ਕਰਨ ਵਾਲੇ ਪੂਰੇ ਵਿਸ਼ਵ ਦੇ ਵਿੱਚ ਪਿਆਰੇ ਸੀ, ਉਹਨਾਂ ਦੀ ਇੱਕ ਲਹਿਰ ਬਣ ਗਈ। ਤਾਂ ਜਦੋਂ ਇਹ ਯੂਐਨਓ ਦੇ ਵਿੱਚ ਉਹਨਾਂ ਨੇ ਇਹ ਲੈਟਰ ਦਿੱਤਾ ਤਾਂ ਯੂਐਨਓ ਨੇ ਇਸ ਨੂੰ ਵਿਚਾਰਿਆ ਤੇ ਦਸੰਬਰ ਦੇ ਵਿੱਚ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਸੀਗਾ। ਤੇ 21 ਫਰਵਰੀ 2000 ਤੋਂ ਬਾਕਾਇਦਾ ਨਿਰੰਤਰ ਰੂਪ ਦੇ ਵਿੱਚ ਜਿਹੜਾ ਹੈ ਇਹ ਅੰਤਰਰਾਸ਼ਟਰੀ ਮਾਤ ਭਾਸ਼ਾ ਦਾ ਦਿਵਸ ਜਿਹੜਾ ਹੈ ਮਨਾਇਆ ਜਾ ਰਿਹਾ ਹੈ। ਹਰ ਸਾਲ ਯੂਨੈਸਕੋ ਵੱਲੋਂ ਜਿਹੜਾ ਹੈ ਇੱਕ ਵੱਖਰਾ ਟੌਪਿਕ ਲੈ ਕੇ ਸੈਮੀਨਾਰ ਕਾਨਫਰੰਸਿਸ ਵਗੈਰਾ ਵੀ ਕੀਤੀਆਂ ਜਾਂਦੀਆਂ ਇਸ ਸੰਬੰਧ ਦੇ ਵਿੱਚ। ਤੇ 2008 ਦਾ ਜਿਹੜਾ ਵਰ੍ਹਾ ਸੀ ਉਸ ਨੂੰ ਤਾਂ ਜਿਹੜਾ ਹੈ ਯੂਨੈਸਕੋ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾਵਾਂ ਦਾ ਵਰ੍ਹਾ ਹੀ ਜਿਹੜਾ ਸੀ ਘੋਸ਼ਿਤ ਕੀਤਾ ਗਿਆ ਸੀਗਾ। ਸੋ ਅੱਜ ਜਿਹੜਾ ਹੈ 2022 ਦੇ ਵਿੱਚ ਅਸੀਂ ਖੜ੍ਹੇ ਹਾਂ। ਤਾਂ ਇਹ ਦਿਨ ਜਿਹੜਾ ਹੈ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਜਾਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ। ਸੋ ਮੈਂ ਤਾਂ ਪਰਵਾਨਾ ਜੀ ਇਹ ਗੱਲ ਕਹਾਂਗਾ ਕਿ ਹਰ ਦਿਨ ਹੀ ਸਾਡਾ ਜਿਹੜਾ ਹੈ ਮਾਤ ਭਾਸ਼ਾ ਦਿਵਸ ਜਿਹੜਾ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਣੀ ਸਵੇਰ ਦੀ ਸ਼ੁਰੂਆਤ ਹੀ ਜਿਹੜੀ ਆਪਣੀ ਮਾਤ ਭਾਸ਼ਾ ਦੇ ਉਚਾਰਨ ਨਾਲ ਕਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ, ਯੂਨਾਈਟਿਡ ਨੇਸ਼ਨ ਨੇ ਵੀ ਕਿਹਾ ਕਿ ਜਿਹੜੀਆਂ ਭਾਸ਼ਾਵਾਂ ਖਤਮ ਹੋਣ ਦੇ ਕਗਾਰ 'ਤੇ ਖੜ੍ਹੀਆਂ ਨੇ ਉਹਨਾਂ ਵਿੱਚ ਪੰਜਾਬੀ ਦਾ ਵੀ ਕਈ ਵਿਦਵਾਨਾਂ ਨੇ ਵੀ ਕਿਹਾ ਜੀ ਇਹ ਭਾਸ਼ਾ ਖਤਮ ਹੋ ਰਹੀ ਹੈ, ਖਤਮ ਹੋ ਜਾਏਗੀ। ਤੁਸੀਂ ਕਿੱਥੋਂ ਤੱਕ ਸਹਿਮਤ ਹੋ ਇਸ ਕਥਨ ਨਾਲ? ਦੇਖੋ, ਜਦੋਂ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਪੰਜਾਬੀ ਦਾ ਜਿਹੜਾ ਅਤੀਤ ਹੈ ਉਹ ਵੀ ਬਹੁਤ ਅਮੀਰ ਆ ਤੇ ਇਸ ਦਾ ਮੈਂ ਕਹਾਂਗਾ ਭਵਿੱਖ ਵੀ ਬੜਾ ਅਮੀਰ ਹੈ। ਜਿਸ ਭਾਸ਼ਾ ਦੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਹੈ ਉੱਚ ਗ੍ਰੰਥ ਮੌਜੂਦ ਹੋਣ, ਉਸ ਭਾਸ਼ਾ ਨੂੰ ਖਤਮ ਹੋਣ ਦਾ ਜਿਹੜਾ ਹੈ ਕੋਈ ਖਦਸ਼ਾ ਨਹੀਂ। ਹਾਂ, ਇੱਕ ਮੈਂ ਗੱਲ ਜ਼ਰੂਰ ਕਹਾਂਗਾ, ਜਦੋਂ ਕੁਝ ਨਵੇਂ ਟਰੈਂਡ ਆਉਂਦੇ ਨੇ, ਨਵੀਆਂ ਪ੍ਰਵਿਰਤੀਆਂ ਚੱਲਦੀਆਂ ਨੇ ਤਾਂ ਅਸੀਂ ਕਈ ਵਾਰੀ ਆਪਣੇ ਵਿਰਸੇ ਤੋਂ, ਆਪਣੀ ਮਾਤ ਭਾਸ਼ਾ ਤੋਂ ਦੂਰ ਹੁੰਦੇ ਚਲੇ ਜਾਂਦੇ ਹਾਂ। ਜਿਵੇਂ ਕਿ ਵਰਤਮਾਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਜ ਜਿਹੜਾ ਹੈ ਸਾਡਾ ਯੂਥ ਬਹੁਤ ਜ਼ਿਆਦਾ ਜਿਹੜਾ ਹੈ ਵਿਦੇਸ਼ਾਂ ਵੱਲ ਰੁਝਾਨ ਜ਼ਾਹਰ ਕਰ ਰਿਹਾ। ਉੱਥੇ ਜਿਹੜੀ ਵੱਡੀ ਗੱਲ ਹੈ ਅੰਤਰਰਾਸ਼ਟਰੀ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਆਪਾਂ ਅੰਗਰੇਜ਼ੀ ਨੂੰ ਮੰਨਦੇ ਹਾਂ, ਤਾਂ ਕੁਛ ਇੱਕ ਇਹ ਪ੍ਰਭਾਵ ਜਿਹੜਾ ਉਹਨਾਂ ਬੱਚਿਆਂ ਦੇ ਵਿੱਚ ਸਿਰਜਿਆ ਜਾ ਰਿਹਾ ਕਿ ਜਿਹੜੇ ਬੱਚਿਆਂ ਨੂੰ ਅੰਗਰੇਜ਼ੀ ਆਉਂਦੀ ਆ ਉਹ ਬੱਚੇ ਬਾਹਰ ਜਾ ਕੇ ਅੱਛਾ ਕਰ ਪਾਉਂਦੇ ਆ। ਪਰ ਮੈਂ ਕਹਾਂਗਾ ਕਿ ਨਹੀਂ, ਜਿਹੜਾ ਤੁਸੀਂ ਆਪਣਾ ਵਿਰਸਾ ਜਾਂ ਆਪਣਾ ਤੁਹਾਡਾ ਜਿਹੜਾ ਹੈਗਾ ਧਰੋਹਰ ਆ ਉਸ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਪੜ੍ਹਿਆ ਤੇ ਮਾਤ ਭਾਸ਼ਾ ਦੇ ਵਿੱਚ ਹੀ ਜ਼ਿਆਦਾ ਜਾਣਿਆ ਜਾ ਸਕਦਾ ਹੈ। ਤੁਸੀਂ ਅੰਗਰੇਜ਼ੀ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ। ਅੰਗਰੇਜ਼ੀ ਵੈਸੇ ਸਾਹਮਣੇ ਵੀ ਆਇਆ ਹੈ ਕਿ ਜਿਹੜਾ ਬੰਦਾ ਆਪਣੀ ਮਾਤ ਭਾਸ਼ਾ ਦੇ ਵਿੱਚ ਪਰਪੱਕ ਹੁੰਦਾ ਹੈ, ਅੱਛਾ, ਉਹ ਅੰਗਰੇਜ਼ੀ ਜਿਹੜੀ ਹੈ ਉਹ ਛੇਤੀ ਸਿੱਖ ਸਕਦਾ ਹੈ। ਬਿਲਕੁਲ ਠੀਕ ਹੈ ਜੀ। ਪਿਛਲੇ ਸਮੇਂ ਦੇ ਵਿੱਚ ਇੱਕ ਭਾਸ਼ਾਈ ਸਰਵੇ ਹੋਇਆ ਸੀ ਪੂਰੇ ਵਿਸ਼ਵ ਦੇ ਵਿੱਚ। ਉਦੋਂ ਬਹੁਤ ਸਾਰੇ ਕੰਟਰੀ, ਬਹੁਤ ਸਾਰੇ ਦੇਸ਼ ਅਜਿਹੇ ਸੀ ਜਿਨ੍ਹਾਂ ਦੀ ਪਹਿਲੇ, ਦੂਜੇ, ਤੀਜੇ, ਚੌਥੇ ਨੰਬਰ 'ਤੇ ਜਿਨ੍ਹਾਂ ਦਾ ਸਥਾਨ ਆਉਂਦਾ ਸੀ, ਉਹ ਸਾਰੇ ਆਪਣੀ ਜਿਹੜੇ ਮਾਤ ਭਾਸ਼ਾ ਦੇ ਵਿੱਚ ਜਿੱਥੇ ਜਿੱਥੇ ਜਿਹੜੀ ਸਿੱਖਿਆ ਦਿੱਤੀ ਜਾਂਦੀ ਸੀ ਉਹ ਦੇਸ਼ਾਂ ਨੇ ਜਿਹੜਾ ਸੀ ਉਹਨਾਂ ਦੇ ਵਿੱਚ ਉਤਮ ਸਥਾਨ ਲਏ ਸੀ। ਸੋ ਇਹ ਇੱਕ ਤਰ੍ਹਾਂ ਦਾ ਇੱਕ ਭਰਮ ਹੈ ਕਿ ਅੰਗਰੇਜ਼ੀ ਸਿੱਖ ਕੇ ਹੀ ਜ਼ਿਆਦਾ ਵਿਦਵਾਨ ਬਣਿਆ ਜਾ ਸਕਦਾ। ਸਭ ਤੋਂ ਜ਼ਰੂਰੀ ਆਪਣੇ ਵਿਰਸੇ ਨਾਲ ਜੁੜਨਾ ਤੇ ਬਾਕੀ ਭਾਸ਼ਾਵਾਂ ਜਿਹੜੀਆਂ ਨੇ ਉਸ ਤੋਂ ਬਾਅਦ ਆਉਂਦੀਆਂ ਨੇ।
ਡਾਕਟਰ ਸਾਹਿਬ ਅੱਜ ਕੱਲ੍ਹ ਇਸ ਤਰ੍ਹਾਂ ਦਾ ਰੁਝਾਨ ਹੋ ਗਿਆ, ਸੋਚ ਹੋ ਗਈ ਹੈ ਕਿ ਘਰ ਦੇ ਵਿੱਚ ਜਾਂ ਆਮ ਵੀ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਦੇਖਦੇ ਹਾਂ, ਕਿਸੇ ਨਾਲ ਗੱਲਬਾਤ ਕਰੀਏ ਅਤੇ ਕੋਈ ਆਪਣੀ ਅੰਗਰੇਜ਼ੀ 'ਚ ਗੱਲ ਕਰ ਰਿਹਾ, ਕੋਈ ਹਿੰਦੀ 'ਚ ਗੱਲ ਕਰ ਰਿਹਾ, ਲੇਕਿਨ ਪੰਜਾਬੀ ਭਾਵੇਂ ਉਹ ਜਾਣਦਾ ਵੀ ਹੋਏਗਾ ਪੰਜਾਬੀ, ਲੇਕਿਨ ਉਹ ਪੰਜਾਬੀ ਨਹੀਂ ਬੋਲਦੇ। ਔਰ ਦੂਸਰੇ ਜਿਹੜੇ ਸਮਝਦੇ ਨੇ ਕਿ ਜੇ ਪੰਜਾਬੀ ਬੋਲ ਰਿਹਾ ਤੇ ਅਨਪੜ੍ਹ ਗੰਵਾ ਰਿਹਾ। ਇਸ ਤਰ੍ਹਾਂ ਦੀ ਭਾਵਨਾ ਕਿਉਂ ਆ ਰਹੀ ਆ? ਦੇਖੋ, ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਕਿ ਇਹ ਗਵਾਰਾਂ ਦੀ ਭਾਸ਼ਾ ਹੈ। ਇਸ ਦੇ ਵਿੱਚ ਅਸੀਂ ਖੁਦ ਕਈ ਵਾਰੀ ਜ਼ਿੰਮੇਵਾਰ ਹੁੰਦੇ ਹਾਂ। ਅਸੀਂ ਜਿੱਦਾਂ ਦਾ ਮਾਹੌਲ ਜਿਹੜਾ ਹੈ ਆਪਣੇ ਬੱਚਿਆਂ ਦੇ ਆਲੇ ਦੁਆਲੇ ਸਿਰਜਦੇ ਹਾਂ, ਘਰ ਦੇ ਵਿੱਚ ਉਹਨਾਂ ਨਾਲ ਜਿਸ ਭਾਸ਼ਾ ਦੇ ਵਿੱਚ ਵਾਰਤਾਲਾਪ ਕਰਾਂਗੇ ਉਹੀ ਉਹਨਾਂ ਦੀ ਮਾਂ ਬੋਲੀ ਬਣ ਕੇ ਉਭਰੇਗੀ ਜੀ। ਮੌਜੂਦਾ ਪ੍ਰਸੰਗ ਦੇ ਵਿੱਚ ਜੇ ਦੇਖਿਆ ਜਾਵੇ, ਅੱਜ ਬੱਚੇ ਘਰਾਂ ਦੇ ਵਿੱਚ ਜਿਹੜੇ ਹੈ ਮਾਪੇ ਬੱਚਿਆਂ ਦੇ ਨਾਲ ਹਿੰਦੀ ਅੰਗਰੇਜ਼ੀ ਦੇ ਵਿੱਚ ਜਿਹੜਾ ਹੈ ਗੱਲ ਕਰਨ ਨੂੰ ਤਰਜੀਹ ਦਿੰਦੇ ਨੇ। ਅਤੇ ਪਰ ਮੈਂ ਸਮਝਦਾ ਵੀ ਇਸ ਦਾ ਜਿਹੜਾ ਨੁਕਸਾਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਸਾਡੇ ਆਉਣ ਵਾਲੇ ਜਿਹੜੀ ਹੈ ਜਨਰੇਸ਼ਨ ਨੂੰ ਹੋਏਗਾ, ਕਿਉਂਕਿ ਉਹ ਆਪਣੇ ਵਿਰਸੇ ਤੋਂ ਦੂਰ ਚਲੇ ਜਾਣਗੇ। ਸੋ ਪਰਵਾਨਾ ਜੀ, ਜਿਹੜੀਆਂ ਕੌਮਾਂ ਆਪਣੇ ਵਿਰਸੇ ਤੋਂ ਦੂਰ ਚਲੀਆਂ ਜਾਂਦੀਆਂ ਉਹ ਜ਼ਿਆਦਾ ਦੇਰ ਜੀਵਤ ਨਹੀਂ ਰਹਿ ਸਕਦੀਆਂ। ਸੋ ਇਸ ਲਈ ਸਾਨੂੰ ਸਰਕਾਰੀ, ਗੈਰ ਸਰਕਾਰੀ ਅਤੇ ਨਿੱਜੀ ਪੱਧਰ 'ਤੇ ਸੰਜੀਦਾ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦੋਸਤੋ, ਪਾਕਿਸਤਾਨੀ ਸ਼ਾਇਰ, ਬਹੁਤ ਮਕਬੂਲ ਸ਼ਾਇਰ ਹੋਏ ਨੇ ਉਸਤਾਦ ਦਾਮਨ। ਉਹਨਾਂ ਨੇ ਕਿਹਾ ਸੀ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਸੋ ਉਹ ਕੌਮਾਂ ਹਮੇਸ਼ਾ ਕਾਇਮ ਰਹਿੰਦੀਆਂ ਨੇ, ਉਹਨਾਂ ਨੂੰ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਤੇ ਮਾਣ ਹੁੰਦਾ ਜੋ ਬੋਲੀ ਆਪਣੀ ਨਹੀਂ ਵਿਸਾਰਦੀਆਂ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਬਸ ਅਗਲੇ ਹਿੱਸੇ 'ਚ ਇਸ ਮੁਲਾਕਾਤ ਦੇ ਕੁਝ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਡਾਕਟਰ ਹਰਨੇਕ ਸਿੰਘ ਢੋਟ ਹੋਰਾਂ ਨਾਲ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Watch our program Healthy Life every Sunday at 3 p.m. and repeat on Thursday at 2:30 p.m. only on Chardi Kala Time TV. Healthy life. ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ। ਅਸੀਂ ਅੱਜ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਹਾਂ ਮਾਤ ਭਾਸ਼ਾ ਔਰ ਖ਼ਾਸ ਕਰਕੇ ਆਪਣੀ ਮਾਂ ਬੋਲੀ ਪੰਜਾਬੀ 'ਤੇ। ਔਰ ਸਾਡੇ ਮਹਿਮਾਨ ਨੇ ਡਾਕਟਰ ਹਰਨੇਕ ਸਿੰਘ ਜੀ, ਜੋ ਭਾਸ਼ਾ ਵਿਭਾਗ ਤੋਂ ਬਤੌਰ ਸਹਾਇਕ ਡਾਇਰੈਕਟਰ ਰਿਟਾਇਰ ਹੋਏ ਨੇ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਚਾਹਾਂਗੇ ਪੰਜਾਬੀ ਮਾਂ ਬੋਲੀ ਦੇ ਸਫ਼ਰ ਬਾਰੇ, ਉਸ ਦੇ ਇਤਿਹਾਸ ਪਰਪੇਖ ਦੇ ਸੰਬੰਧ 'ਚ। ਜੀ, ਜਦੋਂ ਇਸ ਭਾਸ਼ਾ ਦੇ ਇਤਿਹਾਸਿਕ ਪਰਿਪੇਖ ਦੀ ਅਸੀਂ ਗੱਲ ਕਰਦੇ ਹਾਂ ਪਰਵਾਨਾ ਜੀ, ਤਾਂ ਬੜੀ ਦੂਰ ਤੱਕ, ਬਹੁਤ ਪੁਰਾਤਨਤਾ ਤੱਕ ਇਸ ਬੋਲੀ ਦਾ ਜਿਹੜਾ ਇਤਿਹਾਸ ਹੈ ਜਾਂਦਾ। ਉਪਰੋਕਤ ਰੂਪ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਵਿਦਵਾਨ ਅਜਿਹੇ ਵੀ ਨੇ ਜਿਹੜੇ ਇਸ ਭਾਸ਼ਾ ਦਾ ਇਤਿਹਾਸ ਹੜੱਪਾ ਮੋਹਿੰਜੋਦੜੋ ਦੀ ਜਿਹੜੀ ਸੱਭਿਅਤਾ ਉਸ ਨਾਲ ਵੀ ਜੋੜਦੇ ਨੇ। ਦਰਾਵੜੀ ਮੁੰਡਾ ਕੋਇਲਿਆਂ ਦੇ ਨਾਲ ਵੀ ਇਸ ਭਾਸ਼ਾ ਦਾ ਜਿਹੜਾ ਇਤਿਹਾਸ ਜੋੜਿਆ ਜਾਂਦਾ। ਬਹੁਤ ਸਾਰੇ ਵਿਦਵਾਨ ਅਜਿਹੇ ਵੀ ਨੇ ਜਿਹੜੇ ਰਿਗਵੇਦ ਦੀ ਭਾਸ਼ਾ ਨੂੰ ਹੀ ਪੰਜਾਬੀ ਦਾ ਪੁਰਾਤਨ ਰੂਪ ਮੰਨਦੇ ਨੇ, ਕਿਉਂਕਿ ਰਿਗਵੇਦ ਵੀ ਜਿਹੜਾ ਹੈ ਪੁਰਾਤਨ ਪੰਜਾਬ ਦੀ ਜਿਹੜੀ ਪਵਿੱਤਰ ਧਰਤੀ ਸੀ, ਹਰਿਆਲੀ ਭਰੀ ਧਰਤੀ ਸੀ, ਉਸ ਦੇ ਦਰਿਆਵਾਂ ਦੇ ਕੰਢਿਆਂ 'ਤੇ ਬਹਿ ਕੇ ਹੀ ਰਚੇ ਗਏ ਸੀ। ਇਸ ਲਈ ਉਹ ਵੀ ਜਿਹੜਾ ਹੈ ਰਿਗਵੇਦ ਦੀ ਭਾਸ਼ਾ ਦਾ ਸੰਬੰਧ ਇਸ ਪੰਜਾਬੀ ਦੀ ਪ੍ਰਾਚੀਨਤਾ ਨਾਲ ਜੋੜਦੇ ਆ। ਪਰ ਜੇ ਭਾਸ਼ਾ ਵਿਗਿਆਨਕ ਰੂਪ ਤੋਂ ਵੇਖਿਆ ਜਾਵੇ ਤਾਂ ਜਿਹੜੀ ਪੰਜਾਬੀ ਹੈ ਇਹ ਵੀ ਦੂਸਰੀਆਂ ਭਾਸ਼ਾਵਾਂ ਵਾਂਗ ਸੰਸਕ੍ਰਿਤ, ਪ੍ਰਾਕ੍ਰਿਤ, ਅਪਭਰੰਸ਼, ਪਾਲੀ ਵਗੈਰਾ ਦਾ ਜਿਹੜੀਆਂ ਪੜਤਲਾਂ ਪਾਰ ਕਰਦੇ ਹਾਂ। 8ਵੀਂ 9ਵੀਂ ਸਦੀ ਦੇ ਵਿੱਚ ਨਾਥਾਂ ਜੋਗੀਆਂ ਦੇ ਜਿਹੜਾ ਹੈ ਸਾਹਿਤ ਨਾਲ ਆਪਣਾ ਰੂਪ ਨਿਖਾਰਦੀ ਆ। ਉਸ ਤੋਂ ਬਾਅਦ ਬਾਬਾ ਫਰੀਦ ਵਰਗੇ ਸੂਫੀ ਕਵੀਆਂ ਦੀ ਜਿਹੜੀ ਹੈ ਛੋਹ ਪ੍ਰਾਪਤ ਕਰਦੇ ਹਾਂ। ਫਿਰ ਇਹ ਭਗਤੀ ਕਾਵਿ ਦੇ ਵਿੱਚੋਂ ਹੁੰਦੇ ਹੀ ਗੁਰੂ ਕਾਵਿ ਤੱਕ ਪਹੁੰਚਦੀ ਆ। ਇਸ ਭਾਸ਼ਾ ਦਾ ਜਿਹੜਾ ਮੁਹਾਂਦਰਾ ਹੈ ਉਹ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਜਿਹੜਾ ਹੈ ਨਿਖਰ ਕੇ ਸਾਹਮਣੇ ਆਉਂਦਾ। ਤੇ ਪੂਰਨ ਪਰਿਪੱਕਤਾ ਜਿਹੜੀ ਹੈ ਇਸ ਭਾਸ਼ਾ ਨੂੰ ਜਦੋਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਆ, ਉਦੋਂ ਜਿਹੜਾ ਹੈ ਵਿਆਕਰਨਕ ਤੌਰ 'ਤੇ ਇੱਕ ਸ਼ੁੱਧ ਭਾਸ਼ਾ ਦਾ ਜਿਹੜਾ ਹੈ ਇਸ ਭਾਸ਼ਾ ਨੂੰ ਰੁਤਬਾ ਮਿਲਿਆ। ਜੀ ਜੀ ਜੀ। ਡਾਕਟਰ ਸਾਹਿਬ, ਹੁਣ ਅਸੀਂ ਵੀ, ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਕਿਹਨਾਂ ਸਟੇਜਿਸ ਤੋਂ
ਚੱਲ ਕੇ ਭਾਸ਼ਾ ਸਾਡੀ ਜਿਹੜੀਆਂ ਮੌਜੂਦਾ ਪਰਿਸਥਿਤੀਆਂ 'ਚ ਪਹੁੰਚੀ ਹੈ ਉਹ ਕਿਹੜੀਆਂ ਪਰਿਸਥਿਤੀਆਂ ਨੇ ਔਰ ਕਿਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਭਾਸ਼ਾ ਸਾਡੇ ਦਿਲਾਂ 'ਚ ਮਹਿਫੂਜ਼ ਰਹੇ। ਹਾਂ, ਤੁਸੀਂ ਗੱਲ ਕੀਤੀ ਹੈ ਇਸ ਭਾਸ਼ਾ ਦੇ ਇਤਿਹਾਸਿਕ ਪਰਿਪੇਖ ਦੀ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਨਾਥ ਜੋਗੀਆਂ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਇਹ ਭਾਸ਼ਾ, ਗੁਰੂ ਕਾਲ ਦੇ ਵਿੱਚੋਂ ਆਪਣਾ ਮੂੰਹ ਮਹਾਂਦਰਾ ਨਿਖਾਰਦੀ ਆ। ਜੇ ਇਤਿਹਾਸਕ ਕਾਲਕ੍ਰਮ ਤੋਂ ਦੇਖਿਆ ਜਾਵੇ ਤਾਂ ਕਿਉਂਕਿ ਇਹ ਜਿਹੜੀ ਸਾਡੇ ਪੰਜਾਬ ਜਾਂ ਭਾਰਤ ਦੀ ਭੂਮੀ ਹੈ, ਲਗਭਗ 1000 ਸਾਲ ਵੱਖ-ਵੱਖ ਕੌਮਾਂ ਦੇ ਜ਼ਰਵਾਣੇ ਜਿਹੜੇ ਨੇ ਇਸ ਦੇਸ਼ ਦੇ ਉੱਤੇ ਹੱਲਾ ਕਰਦੇ ਰਹੇ ਆ ਤੇ ਆਉਂਦੇ ਰਹੇ ਆ ਇੱਥੇ, ਜਿਸ ਦੇ ਨਤੀਜੇ ਵਜੋਂ ਅਰਬੀ, ਫਾਰਸੀ, ਪਸ਼ਤੋ, ਤੁਰਕੀ, ਯੂਨਾਨੀ ਦੇ ਸ਼ਬਦ ਜਿਹੜੇ ਸੀ ਇਸ ਭਾਸ਼ਾ ਦੇ ਵਿੱਚ ਗਾਹੇ ਸ਼ਾਮਲ ਹੁੰਦੇ ਰਹੇ ਨੇ। ਸੋ ਜੇ ਇਹਦੀ ਇਤਿਹਾਸਕ ਪੜਤਲਾਂ ਦੀ ਗੱਲ ਕਰੀਏ ਤਾਂ 1003 ਦੇ ਵਿੱਚ ਮਹਿਮੂਦ ਗਜ਼ਨਵੀ ਨੇ ਜਦੋਂ ਲਾਹੌਰ 'ਤੇ ਕਬਜ਼ਾ ਕੀਤਾ ਤਾਂ ਉਸ ਨੇ ਉਸ ਵਕਤ ਜਿਹੜਾ ਹੈ ਇਹ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਜਿਹੜੀ ਪੰਜਾਬ ਦੀ ਭਾਸ਼ਾ ਫਾਰਸੀ ਹੋਵੇਗੀ। ਸੋ ਉਸ ਦੇ ਇੱਕ ਐਲਾਨ ਨਾਲ ਹੀ ਅਗਲੇ ਲਗਭਗ 850 ਵਰ੍ਹਿਆਂ ਤੱਕ ਪੰਜਾਬ ਦੇ ਵਿੱਚ ਜਿਹੜਾ ਹੈ ਫਾਰਸੀ ਭਾਸ਼ਾ ਹੀ ਬੋਲੀ ਜਾਂਦੀ ਰਹੀ। ਅੰਗਰੇਜ਼ ਵੀ ਆਏ, ਮਹਾਰਾਜਾ ਰਣਜੀਤ ਸਿੰਘ ਦਾ ਕਾਲ ਵੀ ਬੀਤਿਆ। ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ ਜਿਹੜਾ ਹੈ ਅਰਬੀ, ਫਾਰਸੀ ਜਾਂ ਉਰਦੂ ਜਿਹੜਾ ਹੈ ਉਹਨਾਂ ਦਾ ਸਾਹਿਤਕ ਜਿਹੜਾ ਉਹ ਸੀ ਉਸ ਦੇ ਵਿੱਚ ਲਿਖਿਆ ਜਾਂਦਾ ਸੀ, ਪਰ ਦਰਬਾਰੀ ਭਾਸ਼ਾ ਜਿਹੜੀ ਉਹਨਾਂ ਦੀ ਪੰਜਾਬੀ ਹੀ ਸੀ। ਇੱਕ ਵੱਡਾ ਕਾਰਨ ਕੀ ਸੀ ਕਿ ਰਣਜੀਤ ਸਿੰਘ ਕਿਉਂ ਨਹੀਂ ਪੰਜਾਬੀ ਲਾਗੂ ਕਰ ਸਕੇ? ਇੱਕ ਤਾਂ ਜ਼ਿਆਦਾ ਜਿਹੜਾ ਉਹਨਾਂ ਦੀ ਮਸ਼ਰੂਫੀਅਤ ਮੁਹਿੰਮਾਂ ਦੇ ਵਿੱਚ ਹੋਣ ਕਰਕੇ, ਦੂਸਰਾ ਕਿਉਂਕਿ ਰਾਜ ਦਰਬਾਰ ਦੇ ਵਿੱਚ ਜਿਹੜੇ ਸ਼ੁਰੂ ਤੋਂ ਕਾਰਿੰਦੇ ਸੀਗੇ ਉਹ ਪਹਿਲੀਆਂ ਭਾਸ਼ਾਵਾਂ ਦੇ ਵਿੱਚ ਕੰਮ ਕਰ ਰਹੇ ਸੀ। ਸੋ ਇਹ ਇੱਕ ਵੱਡਾ ਜਿਹੜਾ ਹੈ ਜੋਖਮ ਵਾਲੀ ਗੱਲ ਸੀ, ਵੱਡੀ ਇੱਕ ਦਿੱਕਤ ਆਉਂਦੀ ਸੀ ਇਸ ਦੇ ਵਿੱਚ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਵੀ ਜਿਹੜਾ ਹੈ ਅਰਬੀ, ਫਾਰਸੀ ਦੀ ਥਾਂ 'ਤੇ ਉਰਦੂ ਨੂੰ ਜਿਹੜਾ ਹੈ ਇੱਥੋਂ ਦੀ ਭਾਸ਼ਾ ਐਲਾਨਿਆ। ਇਹ ਫਿਰ ਇਸ ਲਈ ਜਿਹੜਾ ਸੀ ਉਹ ਯੂਪੀ ਤੋਂ ਉਰਦੂ ਪੜ੍ਹੇ ਜਿਹੜੇ ਬੰਦੇ ਨਾਲ ਲੈ ਕੇ ਆਏ ਸੀ। ਅੰਗਰੇਜ਼ੀ ਦਾ ਜਿਹੜਾ ਪਰਪਸ ਸੀ ਉਹਨਾਂ ਨੇ ਬੰਗਾਲ ਵਾਲਿਆਂ ਨੂੰ ਲੈ ਕੇ ਆਏ। ਸੋ ਉਸ ਲਈ ਫਿਰ ਜਿਹੜਾ ਹੈ ਪੰਜਾਬੀ ਭਾਸ਼ਾ ਨੂੰ ਜਿਵੇਂ ਆਪਾਂ ਕਹਾਂਗੇ ਕਿ ਸਾਹਿਤਕ ਭਾਸ਼ਾ ਦਾ ਦਰਜਾ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਦਿੱਕਤਾਂ ਜਾਂ ਬਹੁਤ ਸਾਰੀਆਂ ਮੁਸ਼ੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਸੋ ਪਹਿਲੀ ਵਾਰ 47 ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ, 1 ਜਨਵਰੀ 1948 ਨੂੰ ਜਿਹੜਾ ਸੀ ਪੈਪਸੂ ਹੋਂਦ ਦੇ ਵਿੱਚ ਆ ਜਾਂਦਾ। 20 ਅਗਸਤ 1948 ਨੂੰ ਜਦੋਂ ਪੈਪਸੂ ਬਣਦਾ ਤਾਂ ਗਿਆਨ ਸਿੰਘ ਰਾੜੇਵਾਲਾ ਜਿਹੜਾ ਹੈ ਪੈਪਸੂ ਦੇ ਮੁੱਖ ਮੰਤਰੀ ਬਣਦੇ ਆ। ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਜਿਹੜੇ ਸੀ ਪ੍ਰਮੁੱਖ ਬਣੇ ਸੀਗੇ ਪੈਪਸੂ ਦੇ। ਸੋ ਪਹਿਲੀ ਵਾਰੀ ਗਿਆਨ ਸਿੰਘ ਰਾੜੇਵਾਲਾ ਨੇ ਪੰਜਾਬੀ ਨੂੰ ਜਿਹੜਾ ਸੀ ਪੈਪਸੂ ਦੀ ਰਾਜ ਭਾਸ਼ਾ ਐਲਾਨਿਆ ਸੀ। 1949 ਦੇ ਵਿੱਚ ਪੈਪਸੂ ਦਾ ਜਿਹੜਾ ਪਹਿਲਾ ਬਜਟ ਸੀ ਉਹ ਪੰਜਾਬੀ ਦੇ ਵਿੱਚ ਜਿਹੜਾ ਸੀ ਪੇਸ਼ ਹੋਇਆ ਸੀ। ਸੋ ਮਹਿਕਮਾ ਪੰਜਾਬੀ ਵੱਲੋਂ ਬੜੀ ਮਸ਼ੱਕਤ ਕਰਕੇ ਉਦੋਂ ਕੁਛ ਟੈਕਨੀਕਲ ਸ਼ਬਦ, ਤਕਨੀਕੀ ਸ਼ਬਦ ਜਿਹੜੇ ਸੀ ਤਿਆਰ ਕੀਤੇ ਗਏ ਸੀ। ਸੋ ਉਸ ਵੇਲੇ ਲਗਭਗ 3 ਲੱਖ ਰੁਪਏ ਜਿਹੜੇ ਸੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਰੱਖੇ ਗਏ ਸੀਗੇ। ਸੋ ਜਦੋਂ ਪੈਪਸੂ ਟੁੱਟਦਾ ਫਿਰ ਜਿਹੜਾ ਸੀ ਪੰਜਾਬੀ ਮੁੜ ਆਪਣੇ ਉਸੇ ਦਰਜੇ 'ਤੇ ਆ ਜਾਂਦੀ ਆ। ਲਗਭਗ 19 ਸਾਲਾਂ ਬਾਅਦ 1968 ਦੇ ਵਿੱਚ ਜਿਹੜਾ ਹੈ ਜਦੋਂ ਮਾਤ ਭਾਸ਼ਾ ਜਿਹੜਾ ਐਕਟ ਆ, ਭਾਸ਼ਾ ਐਕਟ ਹੋਂਦ ਦੇ ਵਿੱਚ ਆਉਂਦਾ 13 ਅਪ੍ਰੈਲ 1968 ਨੂੰ, ਤਾਂ ਪੰਜਾਬੀ ਨੂੰ ਜਿਹੜਾ ਹੈ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੁੰਦਾ ਹੈ। ਡਾਕਟਰ ਸਾਹਿਬ ਤੁਸੀਂ ਠੀਕ ਹੈ, ਜਦੋਂ ਤੱਕ ਸਾਡੇ ਸਰਕਾਰੀ ਦਰਬਾਰੇ ਭਾਸ਼ਾ ਨੂੰ ਥੋੜ੍ਹਾ ਸਮਰਥਨ ਨਹੀਂ ਦਿੱਤਾ ਜਾਂਦਾ, ਲੇਖਕਾਂ ਨੂੰ, ਵਿਦਵਾਨਾਂ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਮੈਂ ਸਮਝਦਾ ਕਿ ਬਹੁਤਾ ਭਾਸ਼ਾ ਦਾ ਵਿਕਾਸ ਨਹੀਂ ਹੋ ਸਕਦਾ। ਜਦੋਂ ਉਤਸ਼ਾਹ ਮਿਲੇਗਾ ਤਾਂ ਕੁਦਰਤੀ ਹੈ ਵਿਦਵਾਨਾਂ ਦਾ ਵੀ, ਲੇਖਕਾਂ ਦਾ, ਸਭ ਦਾ ਉਹ ਉਤਸ਼ਾਹ ਬਣਦਾ ਹੈ। ਬਿਲਕੁਲ ਇਹ ਗੱਲ ਠੀਕ ਕਹੀ ਹੈ ਕਿ ਜਦੋਂ ਤੱਕ ਕਿਸੇ ਵੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ, ਵਪਾਰ, ਸਰਕਾਰ ਤੇ ਸਭ ਤੋਂ ਵੱਡੀ ਗੱਲ ਸਤਿਕਾਰ ਦੀ ਭਾਸ਼ਾ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਉਹ ਭਾਸ਼ਾ ਜਿਹੜੀ ਹੈ ਤਰੱਕੀ ਨਹੀਂ ਕਰ ਸਕਦੀ। ਸੋ ਭਾਵੇਂ ਸਰਕਾਰਾਂ ਜਾਂ ਗੈਰ ਸਰਕਾਰੀ ਸੰਗਠਨ ਜਿਹੜਾ ਹੈ ਆਪਣੇ ਆਪਣੇ ਪੱਧਰ 'ਤੇ ਮਾਤ ਭਾਸ਼ਾ ਪੰਜਾਬੀ ਦੀ ਤਰੱਕੀ, ਪ੍ਰਫੁੱਲਤਾ, ਪ੍ਰਚਾਰ ਅਤੇ ਪ੍ਰਸਾਰ ਲਈ ਆਪਣੇ ਆਪਣੇ ਯਤਨ ਕਰ ਰਹੇ ਨੇ, ਪਰ ਮੈਂ ਸਮਝਦਾ ਅਜੇ ਵੀ ਇਸ ਦਿਸ਼ਾ ਦੇ ਵਿੱਚ ਹੋਰ ਸੰਜੀਦਾ ਹੋਣ ਦੀ ਲੋੜ ਹੈ
ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਅਸੀਂ ਆਪਣੇ ਅਮੀਰ ਵਿਰਸੇ ਦੇ ਨਾਲ ਜਿਹੜਾ ਹੈ ਜੋੜ ਕੇ ਰੱਖ ਸਕੀਏ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਖੂਬ ਕਿਹਾ ਕਿ ਜਦੋਂ ਤੱਕ ਸਰਕਾਰਾਂ ਦੀ ਸਰਪ੍ਰਸਤੀ ਨਾ ਮਿਲੇ, ਰਾਜ ਦਰਬਾਰਾਂ ਦੀ ਸਰਪ੍ਰਸਤੀ ਨਾ ਮਿਲੇ, ਔਰ ਉਦੋਂ ਤੱਕ ਭਾਸ਼ਾਵਾਂ ਵਿਕਸਿਤ ਨਹੀਂ ਹੁੰਦੀਆਂ, ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਪਿਆਰੇ ਦਰਸ਼ਕੋ, ਇੱਕ ਛੋਟਾ ਜਿਹਾ ਬ੍ਰੇਕ ਹੁਣ ਅਸੀਂ ਲਵਾਂਗੇ ਔਰ ਇਸ ਤੋਂ ਬਾਅਦ ਆਖਰੀ ਹਿੱਸੇ 'ਚ ਇਸ ਮੁਲਾਕਾਤ ਦੇ ਹੋਰ ਵੀ ਗੱਲਾਂ ਕਰਾਂਗੇ ਪੰਜਾਬੀ ਦੀ ਪ੍ਰਫੁੱਲਤਾ ਨੂੰ ਲੈ ਕੇ। ਸੋ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਲ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਆਪਣੇ ਮਨਪਸੰਦ ਸਿਤਾਰਿਆਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ, ਸਿੰਗਰਸ, ਐਕਟਰਸ ਦੇ ਆਪਣੇ ਫੇਵਰਿਟ ਆਰਟਿਸਟ ਦੀਆਂ ਇੰਟਰਸਟਿੰਗ ਕਹਾਣੀਆਂ ਨੂੰ? ਤਾਂ ਦੇਖੋ ਸਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆਂ ਨੂੰ ਹਰ ਸ਼ੁੱਕਰਵਾਰ ਦੁਪਹਿਰ 2:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਸੋਮਵਾਰ ਦੁਪਹਿਰ 2:30 ਵਜੇ ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ। ਜੀ ਆਇਆਂ ਨੂੰ। ਪਿਆਰੇ ਦਰਸ਼ਕੋ, ਇਸ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਹਰਨੇਕ ਸਿੰਘ ਟੋਟ। ਇਹਨਾਂ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਕੀਤੀਆਂ ਨੇ ਮਾਤ ਭਾਸ਼ਾ ਦਿਵਸ ਬਾਰੇ, ਪੰਜਾਬੀ ਭਾਸ਼ਾ ਬਾਰੇ, ਔਰ ਕੁਝ ਗੱਲਾਂ ਹੋਰ ਮੇਰੇ ਜ਼ਿਹਨ 'ਚ ਨੇ, ਉਹ ਡਾਕਟਰ ਸਾਹਿਬ ਨਾਲ ਸਾਂਝੀਆਂ ਕਰਾਂਗੇ। ਡਾਕਟਰ ਸਾਹਿਬ, ਬਹੁਤ ਸਾਰੀਆਂ ਗੱਲਾਂ ਅਸੀਂ ਕੀਤੀਆਂ ਨੇ ਜੀ, ਔਰ ਪੰਜਾਬੀ ਭਾਸ਼ਾ ਦੀ, ਸਾਡੀ ਮਾਂ ਬੋਲੀ ਦੀ, ਮਾਤ ਭਾਸ਼ਾ ਦੀ ਇਸ ਵੇਲੇ ਸਥਿਤੀ ਨੂੰ ਤੁਸੀਂ ਵੱਡੇ ਰੂਪ ਵਿੱਚ ਕਿਸ ਤਰ੍ਹਾਂ ਦੇਖਦੇ ਹੋ, ਔਰ ਕਿਸ ਤਰ੍ਹਾਂ ਇਸ ਭਾਸ਼ਾ ਦੇ ਹੋਰ ਪਸਾਰ ਲਈ, ਇਸ ਦੀ ਪ੍ਰਫੁੱਲਤਾ ਲਈ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਵਿਦੇਸ਼ਾਂ 'ਚ, ਵੈਸੇ ਤਾਂ ਸਾਡੀ ਭਾਸ਼ਾ ਬਹੁਤ ਵਿਦੇਸ਼ਾਂ 'ਚ ਹੈ, ਹੋਰ ਵੀ ਇਹ ਵਧੇ ਫੁੱਲੇ ਤਰੱਕੀ ਕਰੇ? ਦੇਖੋ, ਜਿਹੜੀ ਗੱਲ ਤੁਸੀਂ ਵਰਤਮਾਨ ਪਰਿਪੇਖ ਦੇ ਵਿੱਚ ਕਰਦੇ ਹੋ, ਅੱਜ ਜਿਹੜਾ ਹੈ ਸਾਡੀ ਪੰਜਾਬੀ ਦਾ ਜਿਹੜਾ ਭਵਿੱਖ, ਉਹ ਮੈਨੂੰ ਥੋੜ੍ਹਾ ਜਿਹਾ ਧੁੰਦਲਾ ਨਜ਼ਰ ਆ ਰਿਹਾ। ਇਸ ਦਾ ਇੱਕ ਵੱਡਾ ਕਾਰਨ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਕਿ ਮੌਜੂਦਾ ਜਿਹੜੀਆਂ ਪ੍ਰਵਿਰਤੀਆਂ ਨੇ, ਜਿਹੜੇ ਰੁਝਾਨ ਨੇ, ਜਿਨ੍ਹਾਂ ਕਰਕੇ ਅੱਜ ਸਾਡੀ ਨੌਜਵਾਨ ਪੀੜ੍ਹੀ ਦਾ ਜਿਹੜਾ ਹੈ ਰੁਖ ਉਹ ਬਾਹਰ ਵੱਲ ਹੋ ਗਿਆ। ਇਸ ਕਰਕੇ ਥੋੜ੍ਹਾ ਜਿਹਾ ਜਿਹੜਾ ਹੈ ਸਾਡੀ ਮਾਤ ਭਾਸ਼ਾ ਨੂੰ ਦਰਕਨਾਰ ਕੀਤਾ ਜਾ ਰਿਹਾ। ਉਸ ਦੇ ਵਿੱਚ ਸਾਡੇ ਮਾਪੇ, ਅਸੀਂ ਸਭ ਇਸ ਦੇ ਵਿੱਚ ਕੁਝ ਹੱਦ ਤੱਕ ਜ਼ਿੰਮੇਵਾਰ, ਪ੍ਰਸਥਿਤੀਆਂ ਵੀ ਜ਼ਿੰਮੇਵਾਰ ਨੇ। ਸੋ ਮੈਂ ਕਹਾਂਗਾ ਕਿ ਇਸ ਨੂੰ ਪ੍ਰਫੁੱਲਿਤ ਕਰਨ ਲਈ, ਇਸ ਦੀ ਅਮੀਰੀ ਨੂੰ ਬਰਕਰਾਰ ਰੱਖਣ ਲਈ, ਆਪਣੇ ਵਿਰਸੇ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਮੈਂ ਸਮਝਦਾ ਕਿ ਮਾਤ ਭਾਸ਼ਾ ਦਾ ਜਿਹੜਾ ਗਿਆਨ ਆ ਉਹਨਾਂ ਨੂੰ ਦਿੱਤਾ ਜਾਣਾ ਬਹੁਤ ਜ਼ਰੂਰੀ ਆ। ਇਸ ਗੱਲ ਦੇ ਵਿੱਚ ਪਰਵਾਨਾ ਜੀ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੇ ਭਾਰਤ ਦੇ ਦੂਜੇ ਰਾਸ਼ਟਰਪਤੀ ਮਾਣਯੋਗ ਡਾਕਟਰ ਰਾਧਾ ਕ੍ਰਿਸ਼ਨਨ, ਜਿਹੜੇ ਕਿ 14 ਭਾਸ਼ਾਵਾਂ ਦੇ ਗਿਆਤਾ ਸੀਗੇ ਜੀ, ਉਹਨਾਂ ਨੂੰ ਫਿਲਾਸਫਰ ਕਿੰਗ ਆਫ ਇੰਡੀਆ ਵੀ ਕਿਹਾ ਜਾਂਦਾ। ਉਹਨਾਂ ਦੀ ਵੀ ਇਹ ਧਾਰਨਾ ਸੀ ਕਿ ਬੱਚੇ ਨੂੰ ਜਿਹੜੀ ਸਿੱਖਿਆ ਉਸ ਦੀ ਮਾਤ ਭਾਸ਼ਾ ਦੇ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਆ। ਔਰ ਇਸ ਗੱਲ ਦਾ ਜਿਹੜਾ ਹੈ ਸਾਡੇ ਸੰਵਿਧਾਨ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਇਹ ਹਰ ਭਾਰਤੀ ਨਾਗਰਿਕ ਦਾ ਜਿਹੜਾ ਹੈ ਬੁਨਿਆਦੀ ਅਧਿਕਾਰ ਆ, ਜਿਹੜੀ ਉਸ ਦੀ ਮੁੱਢਲੀ ਸਿੱਖਿਆ ਉਹ ਉਸ ਦੀ ਜਿਹੜੀ ਮਾਤ ਭਾਸ਼ਾ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਆ। ਸੋ ਜਿਹੜੀ ਗੱਲ ਤੁਸੀਂ ਕਰਦੇ ਹੋ ਭਵਿੱਖ ਦੀ, ਮੈਂ ਸਮਝਦਾ ਕਿ ਇਸ ਜਿਹੜੀ ਹੈ ਮੁਹਿੰਮ ਨੂੰ ਜਨਤਕ ਪੱਧਰ 'ਤੇ, ਸਰਕਾਰੀ ਗੈਰ ਸਰਕਾਰੀ ਪੱਧਰ 'ਤੇ ਹੋਰ ਹੁਲਾਰਾ ਦੇਣ ਦੀ ਲੋੜ ਆ। ਸੋ ਤਾਂ ਹੀ ਸਾਡੀ ਜਿਹੜੀ ਹੈ ਇਸ ਭਾਸ਼ਾ ਦਾ ਜਿਹੜਾ ਭਵਿੱਖ ਉਹ ਸੁਨਹਿਰਾ ਹੋ ਸਕੇ। ਡਾਕਟਰ ਸਾਹਿਬ, ਬਿਲਕੁਲ ਤੁਸੀਂ ਗੱਲ ਕਹੀ ਹੈ, ਆਪਣੀ ਭਾਸ਼ਾ ਦੇ ਵਿੱਚ ਜਿਹੜੀ ਹੈ ਸਾਰੀ ਜਿਹੜੀ ਸਿੱਖਿਆ, ਸਾਡਾ ਐਜੂਕੇਸ਼ਨ ਹੈ, ਉਹ ਹੋਣੀ ਚਾਹੀਦੀ ਹੈ। ਮੈਨੂੰ ਯਾਦ ਆ ਰਿਹਾ ਕਿ ਪੰਜਾਬ ਦੇ ਵਿੱਚ 2 IAS ਆਫਿਸਰ ਇਸ ਤਰ੍ਹਾਂ ਦੇ ਬਣੇ ਨੇ, IAS ਅਧਿਕਾਰੀ, ਜਿਨ੍ਹਾਂ ਨੇ ਆਪਣੇ ਸਾਰੇ ਪੇਪਰ ਪੰਜਾਬੀ 'ਚ ਹੀ ਦਿੱਤੇ, ਔਰ ਬੜੇ ਮਾਣ ਨਾਲ ਉਹਨਾਂ ਨੇ ਇਹ ਜਿਹੜੇ ਪੇਪਰ ਸਾਰੇ ਸੀ ਉਹ ਦਿੱਤੇ। ਔਰ ਜਿਹੜੀ ਪ੍ਰਸ਼ਾਸਕੀ ਸਭ ਤੋਂ ਉੱਚੀ ਸੀਟ ਹੈ ਗਿਣੀ ਜਾਂਦੀ ਹੈ IAS ਦੀ, ਔਰ ਉਹ ਡਿਪਟੀ ਕਮਿਸ਼ਨਰ ਕਈ ਜ਼ਿਲ੍ਹਿਆਂ 'ਚ ਰਹੇ ਨੇ। ਸੋ ਸਾਨੂੰ ਪੰਜਾਬੀ ਭਾਸ਼ਾ ਨੂੰ ਕਦੇ ਵੀ ਘੱਟ ਕਰਕੇ ਨਹੀਂ ਜਾਣਨਾ ਚਾਹੀਦਾ। ਇਸ ਵਿੱਚ ਸਾਨੂੰ ਆਪਣਾ ਭਵਿੱਖ ਵੇਖਣਾ ਚਾਹੀਦਾ, ਔਰ ਇਸ ਨਾਲ ਉਸੇ ਤਰ੍ਹਾਂ ਦੀ ਮੁਹੱਬਤ ਪਾਉਣੀ ਚਾਹੀਦੀ ਹੈ, ਬੜੀ ਸ਼ਿੱਦਤ ਨਾਲ ਮੁਹੱਬਤ ਪਾਉਣੀ ਚਾਹੀਦੀ ਹੈ ਜਿਵੇਂ ਅਸੀਂ ਹੋਰਨਾਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ। ਕੋਈ ਵੀ ਭਾਸ਼ਾ ਸਿੱਖਣੀ ਮਾੜੀ ਗੱਲ ਨਹੀਂ, ਸਿੱਖਣੀ ਚਾਹੀਦੀ ਹੈ, ਲੇਕਿਨ ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਇਹ ਸਭ ਤੋਂ ਮਾੜੀ ਗੱਲ ਹੈ।
ਡਾਕਟਰ ਸਾਹਿਬ ਬਹੁਤ ਸਾਰੀਆਂ ਗੱਲਾਂ ਸਾਡੀਆਂ ਹੋਈਆਂ ਨੇ ਔਰ ਤੁਹਾਡਾ ਵੀ ਬੜਾ ਲੰਬਾ ਤਜਰਬਾ ਹੈ ਭਾਸ਼ਾ ਨਾਲ, ਭਾਸ਼ਾ ਵਿਭਾਗ ਨਾਲ ਜੁੜੇ ਰਹਿਣ ਦਾ। ਲਗਭਗ 30 ਸਾਲ ਦਾ ਤਵੀਲ ਅਰਸਾ ਤੁਸੀਂ ਜੁੜੇ ਰਹੇ ਹੋ ਭਾਸ਼ਾ ਨਾਲ। ਭਾਸ਼ਾ ਦੀ ਜਿਹੜੀ ਸਥਿਤੀ ਬਾਰੇ ਥੋੜ੍ਹੀ ਜਿਹੀ ਗੱਲ ਅਸੀਂ ਕਰ ਲਈ ਹੈ। ਇਹਦਾ ਭਵਿੱਖ ਕੀ ਹੈ ਔਰ ਮਾਤ ਭਾਸ਼ਾ ਦਿਵਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇੱਕ ਸੰਦੇਸ਼ ਦੇ ਰੂਪ ਵਿੱਚ ਸਾਡੇ ਦਰਸ਼ਕਾਂ ਨੂੰ? ਦੇਖੋ, ਜਿਵੇਂ ਪਰਵਾਨਾ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡਾ ਬਹੁਤ ਅਮੀਰ ਵਿਰਸਾ, ਇਸ ਵਿਰਸੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡੇ ਬੱਚਿਆਂ ਨੂੰ ਜੋੜ ਕੇ ਰੱਖਣ ਲਈ ਜਿਹੜਾ ਹੈ ਉਹਨਾਂ ਨੂੰ ਸਾਡੀ ਮਾਤ ਭਾਸ਼ਾ ਦੇ ਵਿੱਚ ਹੀ ਜਿਹੜੀ ਬੁਨਿਆਦੀ ਸਿੱਖਿਆ ਦਿੱਤੀ ਜਾਣੀ ਜਿਹੜੀ ਜ਼ਰੂਰੀ ਆ। ਇਸੇ ਲਈ ਹੈ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਆਪਣੇ ਅਮੀਰ ਵਿਰਸੇ ਨਾਲ ਜੁੜੀਆਂ ਰਹਿਣਗੀਆਂ। ਸੋ ਮੈਂ ਸਮਝਦਾ ਕਿ ਇਸ ਲਈ ਸਾਨੂੰ ਜਿਹੜਾ ਹੈ ਸਾਂਝੇ ਪੱਧਰ 'ਤੇ ਜਿਹੜੇ ਯਤਨ ਕਰਨੇ ਜ਼ਰੂਰੀ ਨੇ। ਅਤੇ ਕਿਉਂਕਿ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਕੋਈ ਕੌਮ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੀ ਆ ਤਾਂ ਫਿਰ ਉਹ ਜਿਹੜੀ ਹੈ ਸਹਿਜੇ ਸਹਿਜੇ ਖਤਮ ਹੋ ਜਾਂਦੀ ਆ। ਕਿਹਾ ਜਾਂਦਾ ਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਤੋਂ ਉਹਦੀ ਜਿਹੜੀ ਮਾਤ ਭਾਸ਼ਾ ਖੋਹ ਲਵੋ ਅਤੇ ਆਪਣੇ ਆਪ ਹੀ ਜਿਹੜੀ ਉਹ ਕੌਮ ਖਤਮ ਹੋ ਜਾਵੇਗੀ। ਸੋ ਮੈਂ ਸਮਝਦਾ ਕਿ ਪੰਜਾਬੀ ਨਾਲ ਇਹੋ ਜਿਹਾ ਕੋਈ ਖਦਸ਼ਾ ਨਹੀਂ ਹੈਗਾ, ਪਰ ਫਿਰ ਵੀ ਸਾਨੂੰ ਸੰਜੀਦਾ ਹੋਣ ਦੀ ਲੋੜ ਆ। ਜੇ ਅਸੀਂ ਨਾ ਸੰਭਲੇ ਤਾਂ ਉਸ ਦਾ ਜਿਹੜਾ ਹੈ ਬਹੁਤ ਜ਼ਿਆਦਾ ਨੁਕਸਾਨ ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਹੋ ਸਕਦਾ। ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਜੇ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਮਾਤ ਭਾਸ਼ਾ ਦਾ ਜਿਹੜਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਸੋ ਇਸ ਲਈ ਕਿਸੇ ਮਸ਼ਹੂਰ ਸ਼ਾਇਰ ਦੀਆਂ ਇਹ ਲਾਈਨਾਂ ਨੇ ਜਿਹੜੀਆਂ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ। ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਮਾਂ ਦੀਆਂ ਦਿੱਤੀਆਂ ਦੁਆਵਾਂ ਗੁੰਮ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਦੇਖਿਓ ਪੰਜਾਬੀਓ ਮਾਂ ਬੋਲੀ ਨਾ ਭੁਲਾ ਦਿਓ, ਦੇਖਿਓ ਪੰਜਾਬੀਓ ਮਾਂ ਬੋਲੀ ਨਾ ਭੁਲਾ ਦਿਓ। ਵਾਹ ਡਾਕਟਰ ਸਾਹਿਬ, ਬਹੁਤ ਖੂਬ। ਇਹ ਜਿਹੜੀਆਂ ਸਤਰਾਂ ਨੇ ਉਹ ਜ਼ਰੂਰ ਸਾਡੇ ਪੰਜਾਬੀਆਂ ਨੂੰ ਝੰਜੋੜਨਗੀਆਂ ਔਰ ਆਪਣੀ ਮਾਤ ਭਾਸ਼ਾ ਨਾਲ ਜੋੜਨਗੀਆਂ। ਸੋ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ 'ਚ ਆਏ, ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਲਗਾਤਾਰ ਪ੍ਰੋਗਰਾਮ ਤੁਸੀਂ ਦੇਖਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਖਾਸ ਮੁਲਾਕਾਤ ਪ੍ਰੋਗਰਾਮ ਹਰ ਐਤਵਾਰ ਬਾਅਦ ਦੁਪਹਿਰ 3:30 ਵਜੇ ਅਤੇ ਉਸ ਦਾ ਰਿਪੀਟ ਟੈਲੀਕਾਸਟ ਹਰ ਵੀਰਵਾਰ ਬਾਅਦ ਦੁਪਹਿਰ 2 ਵਜੇ ਹੁੰਦਾ ਹੈ। ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਅਤੇ ਪਰਮਜੀਤ ਸਿੰਘ ਪਰਵਾਨਾ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਖਾਸ ਮੁਲਾਕਾਤ, ਖਾਸ ਮੁਲਾਕਾਤ।